देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, सदके जाइए पंजाब दे पॉलिटिशियंस दे नाटक ऐसा करते आ कि फिल्मां वालियां नूं मात पाई जाती। बिल्कुल फिल्मां वाले फेल हो जाते इन्हां दे सामने। जदों प्रधान जी ये कहते आ कि सरकारां दा पता है कदे पैसे मोड़दियां ने कदे पैसे मोड़ते, बिल्कुल ते उन्हां दा 10 साल का तजर्बा बोलदा है प्रधान जी नूं जिन्ना सरकार बारे पता किसी नूं नहीं हो सकदा। हाँ, लेकिन इहदे नाल ये भी साफ हुंदा है कि जे असी मोड़ दिते आ ते फिर इन्हां कोल भी आस कर लो। ते तुसीं वो नहीं देखिया कि सीबीआई दी खेड किन्नी प्यारी है। हाँ। जदों सत्ता तो बाहर क्या सानूं बात। पंजाब पुलिस ते भरोसा नहीं, बिल्कुल। सीबीआई जांच होवे। ते जदों किते अपना पुलिस वाला मामला आ जाए फिर कहना साडी पुलिस भी अणपछाती है। पुलिस समर्थ भी बड़ी हुंदी। हाँ। जदों सत्ता 'च होवो बिल्कुल। उदों पुलिस समर्थ। हाँ। पंजाब पुलिस हर मामले की तह तक जाण दा मादा रखदी है। बिल्कुल। और पेशेवर आ। हाँ। ते जदों सत्ता तो बाहर होईए बिल्कुल। उदों पुलिस कठपुतली आ राजनेतावां दी जिहड़े राज करदे। जदों साडी सरकार होवे फिर असी कहना पुलिस आज़ाद है, कोई दबाव नहीं है। ते जदों दूसरे दी होवे कहना ये सरकार दी बनी हुई जर खरीद बनी हुई है। अच्छा, दोहरे मापदंड, दोहरे चेहरे जी। और क्या खूबसूरती नाल पेश किए जाते हैं। बकौल बिल्कुल कोई किसी ਨੂੰ फर्क ही नहीं पैंदा जी। कि वेखण वाले ਉਹੋ ਹੀ ਨੇ, बार-बार वेखण डे ने। बिल्कुल। जे इदां रंग बदलांगे हाँ। ते रंग भी शर्म करनगे। मैं कहा मैनू तो हैरानी जी हुंदी पई है कि हुण जदों सुखबीर बादल जी बयान दिंदे ने ना वो गल च ओड़ा छोटा चिट्टा जिहा हजूरिया जिहा पा के रखदे ने। नहीं हाँ। सर लॉकडाउन वो भुल जाने हो। गल समझिया करो। सरकारी हदायतां मैं- कप्तान साहब दियां सरदार बादल मैं तुहानूं 200 ਦਾ ਚਲਾਨ। हाँ वो जिहड़ी गल च पाउंदे ने ना वो इस तरह लगदा जिद्दां वाकई कोई मोर्चे च ਚੱਲਿਆ होवे। ਤੇ ਮੋਰਚੇ ਤੇ ਚੱਲੇ। ਲੈ ਤੁਹਾਨੂੰ ਪਤਾ ਹੀ ਨਹੀਂ, ਅਗਲਿਆਂ ਨੇ 30 ਨੂੰ ਹੰਗਾਮੀ ਮੀਟਿੰਗ ਸੱਦੀ ਕੋਰ ਕਮੇਟੀ ਦੀ ਤੇ ਅੱਛਾ। 30 ਵਾਲੇ ਦਿਨ ਹੋ ਸਕਦਾ ਸਿਧਾਂਤਕ ਫੈਸਲਾ ਹੋਵੇ ਕਿ ਅਕਾਲੀ ਦਲ ਨੇ, ਬਾਦਲ ਕਿਹਾ ਨੇ, ਅਕਾਲੀ ਦਲ ਨੇ ਬੜੀ ਦੇਰ ਹੋ ਗਏ ਕੋਈ ਮੋਰਚਾ ਨਹੀਂ ਲਾਇਆ, ਕਦੇ ਸੜਕ ਤੇ ਨਹੀਂ ਸੁੱਤੇ। हाँ हुण ला सकदे ਐਰਕਾ ਸੜਕ ਤੇ ਏਸੀ ਲਾਉਣਗੇ। ਉਦੋਂ ਤੇ ਸਰਦੀ ਸੀ, ਕੰਬਲ ਚ ਮੂੰਹ ਸੀਗੇ। नहीं। देखो कारण बड़ा साफ है कि ਤੁਹਾਨੂੰ ਇਹ ਪਤਾ ਹੋਏਗਾ ਕਿ ਜਿਹੜੇ ਮੁਲਕ ਜੰਗ ਲੜਦੇ ਆਪਸ ਵਿੱਚ ਜੀ। ਹੀ ਉਹ ਸਤੰਬਰ ਦੇ ਮਹੀਨੇ ਚ ਆ ਕੇ ਲੜਦੇ ਜੋ ਪੁੱਧਰੇ ਦਿਨ ਹੁੰਦੇ ਆ। ਤੁਹਾਨੂੰ ਲੱਗਦਾ ਮੋਰਚਾ ਸਤੰਬਰ ਚ ਲਾਉਣਗੇ? ਬਿਲਕੁਲ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਹਮੇਸ਼ਾ ਤਿਆਰ ਰਹਿੰਦੀਆਂ ਜਦੋਂ ਕੋਈ ਹੱਕ ਨਹੀਂ ਮਿਲਦਾ। ਜਿਹੜੀਆਂ ਸਿਆਸੀ ਧਿਰਾਂ ਹੁੰਦੀਆਂ ਨੇ ਇਹ ਵੇਖਦੀਆਂ ਇੱਕ ਫਸਲ ਵੱਢੀ ਗਈ ਹੈ, ਦੂਜੀ ਨੂੰ ਵੱਢਣ ਚ ਜੇ ਦੂਜੀ ਨੂੰ ਬੀਜਣ ਚ 15-20 ਦਿਨ ਚਾਹੀਦੇ ਨੇ, ਵਿਚਕਾਰ ਲਾ ਲਓ। ਮਤਲਬ ਲੋਕ ਮਿਲ ਜਾਣਗੇ, ਭੀੜ ਬਿਲਕੁਲ, ਪੂਰੀ ਲੋਕ ਹੋ। ਮਿਲਣੇ ਚਾਹੀਦੇ ਨੇ। ਜਿੱਦਾਂ ਫਿਲਮ ਰਿਲੀਜ਼ ਕਰਨ ਲਈ ਅਗਲਾ ਦਿਨ ਰੱਖਿਆ, ਹਾਂ ਕੋਈ ਈਦ ਤੇ ਕਰਦਾ, ਕੋਈ ਦੀਵਾਲੀ ਤੇ ਕਰਦਾ। ਬਿਲਕੁਲ। ਤੇ ਸਿਆਸਤਦਾਨ ਵੈਸੇ ਭਰਵੀਂ ਫਸਲ ਕੱਟਦੇ ਆ, ਇਹਨਾਂ ਨੂੰ ਕਦੀ ਘਾਟੇ ਨਹੀਂ ਪੈਂਦੇ। ਲੇਕਿਨ ਉਹਦਾ ਕਾਰਨ ਇਹ ਨਾ ਕਿ ਜਿਸ ਤਰ੍ਹਾਂ ਕਿਸਾਨ ਆਸ ਕਰਦਾ ਕਿ ਫਸਲ ਜਿਹੜੀ ਭਰਮੀ ਹੋਵੇ ਤੇ ਫਿਰ ਮੈਂ ਵੱਢਾਂ ਤੇ ਮੇਰੇ ਮਨ ਨੂੰ ਸ਼ਾਂਤੀ ਹੈ, ਇਸੇ ਤਰ੍ਹਾਂ ਸਿਆਸਤਦਾਨ ਕਹਿੰਦਾ ਕਿ ਜੇ ਰਸ਼ ਭਰਵਾਂ ਨਾ ਹੋਇਆ ਤੇ ਫਿਰ ਫਾਇਦਾ ਵੀ ਕੀ ਆ। ਤੇ ਜੇ ਫਸਲ ਆਮ ਜਨ ਸਧਾਰਨ ਦੀ ਵੱਢ ਕੇ ਲੈ ਜਾਣ ਜ਼ੋਰ ਵਾਲੇ, ਮੈਨੂੰ ਤੇ ਰਾਜਨੀਤੀਵਾਨ ਸਦਾ ਇੰਜ ਲੱਗਦੇ ਜਿੱਦਾਂ ਗਰੀਬਾਂ ਦੀ ਫਸਲ ਭਰੀ ਭਰਾਈ ਵੱਢ ਕੇ ਲੈ ਜਾਂਦੇ ਆ। ਤੇ ਫਿਰ ਹਾ ਦਾ ਨਾਰਾ ਵੀ ਕੋਈ ਨਹੀਂ ਮਾਰਦਾ। ਬਿਲਕੁਲ। ਜਿਹੜੀ ਮਰਜ਼ੀ ਧਿਰ ਆਉਂਦੀ ਰਾਜ ਕਰਦੀ ਆ, ਉਹ ਜਿੱਦਾਂ ਮਰਜ਼ੀ ਕਰਦੀ ਹੈ। ਬਿਲਕੁਲ ਦੂਜੀ ਧਿਰ ਐਵੇਂ ਰੌਲਾ ਰੱਪਾ ਪਾਉਂਦੀ ਵਿਖਾਉਣ ਦਾ ਤਮਾਸ਼ਾ ਪੂਰਾ ਚੱਲਦਾ, ਡੁਗ-ਡੁਗੀ ਖੜਕਦੀ ਆ, ਲੇਕਿਨ ਨਿਕਲਦਾ ਕਦੇ ਕੱਖ ਨਹੀਂ। ਅੱਜ ਤੱਕ ਕਿਸੇ ਰਾਜਨੇਤਾ ਨੇ ਦੂਜੇ ਦੇ ਖਿਲਾਫ ਕੋਈ ਜੰਗ ਜਿੱਤ ਕੇ ਵਿਖਾਈ? ਜਿਹੜੇ ਰਾਜ ਕਰਦੇ, ਜਿਹੜੀ ਪਾਲਿਸੀ ਬਣਾਉਂਦੇ ਉਧਰ ਤੁਰੇ ਰਹਿੰਦੇ ਆ। ਅੱਜ ਤੱਕ ਕਿਤੇ ਵਿਰੋਧੀ ਪਾਰਟੀਆਂ ਨੇ ਕੋਈ ਲੈ ਕੇ ਦਿੱਤਾ ਲੋਕਾਂ ਨੂੰ? ਸਰਦਾਰ ਸਾਹਿਬ, ਇੱਕ ਅਹਿਮ ਸਵਾਲ ਖੜਾ ਹੋ ਗਿਆ। ਸੁਖਬੀਰ ਸਿੰਘ ਬਾਦਲ ਆਨਨ ਫਾਨਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ, ਫੇਸਬੁੱਕ ਲਾਈਵ ਹੁੰਦੇ ਆ, ਔਰ ਮੈਂ ਦੇਖਦਾ ਹਾਂ ਕਿ ਉਹ ਕਹਿ ਰਹੇ ਆ ਕਿ ਅਸੀਂ ਮਰ ਨਹੀਂ ਗਏ, ਅਸੀਂ ਪੰਜਾਬ ਦੇ ਕਿਸਾਨ ਨੂੰ ਮਰਨ ਨਹੀਂ ਦੇਣਾ, ਅਸੀਂ ਇਹਦੇ ਖਿਲਾਫ ਯੁੱਧ ਲੜਾਂਗੇ, ਹੰਗਾਮੀ ਮੀਟਿੰਗ ਬੁਲਾ ਲਈ। ਉਹ ਕਹਿੰਦੇ ਜਿਹੜਾ ਇਹ ਸਰਕਾਰ ਨੇ ਕੋਈ ਕੀ ਲਿਆ ਫੈਸਲਾ, ਬੀਟੀ ਹੈ ਕੀ ਉਹ ਲਿਖਿਆ, ਉਹਨਾਂ ਨੇ ਕਿਹਾ ਸੀ ਡਾਇਰੈਕਟ ਬਿਲਿੰਗ ਜਿਹੜੀ ਹੈਗੀ ਆ, ਡੀਬੀਟੀ। ਮਤਲਬ ਕਿਸਾਨ ਇਹ ਕਹਿੰਦੇ ਜੀ ਜਿਹੜੇ ਬੰਬੀਆਂ ਦੇ ਬਿੱਲ ਸੀ, ਇਹ ਕਹਿੰਦੇ ਸੀ ਕਿ ਅਸੀਂ ਬੰਬੀਆਂ ਦੇ ਬਿੱਲ ਮਾਫ ਕੀਤੇ ਸੀ ਕਿਸਾਨਾਂ ਦੇ, ਬਿਲਕੁਲ ਬਾਦਲ ਸਾਹਿਬ ਨੇ 7 ਚ ਕੀਤੇ ਸੀ। ਤੇ ਉਹ 97 ਕਹਿੰਦੇ ਅਸੀਂ ਪ੍ਰਕਾਸ਼ ਸਿੰਘ ਬਾਦਲ ਵਾਲਾ 97 ਚ ਕੀਤੇ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ 2002 ਚ ਆਇਆ, ਇਹਨਾਂ ਫਿਰ ਰੱਦ ਕਰਤੇ, ਅਸੀਂ ਫਿਰ ਬਹਾਲ ਕੀਤੇ। ਇਹਨਾਂ ਹੁਣ ਫਿਰ ਉਹਨੂੰ ਜਿਹੜਾ ਆ ਇੱਕ ਸਿਰ ਰੱਦ ਕਰਨ ਵਾਲੇ ਪਾਸੇ ਤੁਰੇ ਨੇ। ਨਹੀਂ ਦੇਖੋ, ਮੈਂ ਥੋੜਾ ਜਿਹਾ ਦਰੁਸਤ ਕਰ ਦਿਆਂ। ਜਦੋਂ ਬਾਦਲ ਸਾਹਿਬ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਸੀ, ਕਿਸੇ ਨੇ ਮੰਗੇ ਨਹੀਂ ਸੀ। ਬਿਲਕੁਲ ਠੀਕ ਹੈ। ਇਹਨਾਂ ਮਾਫ ਕਰਤੇ, ਲੋਕਾਂ ਲੈ ਲਏ।
ਜੀ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਉਂਦੇ ਆ, ਉਹ ਵਾਪਸ ਲੈ ਲੈਂਦੇ ਆ, ਉਹ ਵਰਗੀਕਰਨ ਕਰ ਦਿੰਦੇ ਆ, ਜਦੋਂ ਪਤਾ ਲੱਗਿਆ ਵੋਟਾਂ ਖੁਰ ਜਾਣੀਆਂ ਨੇ ਜੀ ਉਹ ਫਿਰ ਮਾਫ ਕਰ ਦਿੰਦੇ ਆ, ਬਿਲਕੁਲ ਜਾਣ ਸਹੀ ਤੋਂ ਗੱਲ। ਪਹਿਲਾਂ ਮਾਫ ਕਰ ਜਾਂਦੇ। ਜੀ ਉਸ ਤੋਂ ਬਾਅਦ ਲਗਾਤਾਰ ਉਵੇਂ ਹੀ ਚੱਲੀ ਆਉਂਦਾ ਹੈ। ਬਿਲਕੁਲ ਸਹੀ ਹੈ। ਇਹਨਾਂ ਨੂੰ ਸੈਂਟਰ ਦੀ ਜਿਹੜੀ ਆ ਉਹ ਝਿੜਕ ਵੱਜਦੀ ਆ, ਜੀ। ਇਹ ਕਾਰਪੋਰੇਸ਼ਨ ਬਣਾ ਦਿੰਦੇ ਬਿਜਲੀ ਬੋਰਡ ਤੋਂ। ਬਿਲਕੁਲ। ਹਾਂਜੀ, ਹੁਣ ਸਵਾਲ ਖੜਾ ਹੋਇਆ ਅਚਨਚੇਤ ਹੀ। ਮੈਂ ਤਾਂ ਦੇਖੋ ਸਰਕਾਰੀ ਕਿਸੇ ਫੈਸਲੇ ਨੂੰ ਪੜ੍ਹਿਆ ਨਹੀਂ ਸੀ, ਜੀ ਜੀ ਲੇਕਿਨ ਜਦੋਂ ਪ੍ਰਧਾਨ ਜੀ ਪ੍ਰੈਸ ਕਾਨਫਰੰਸ ਕਰਦੇ ਆ, ਜੀ। ਚਲੋ ਵਧੀਆ ਲੱਗਿਆ, ਕੋਈ ਕਿਸਾਨੀ ਮੁੱਦਿਆਂ ਤੇ ਬੋਲਿਆ, ਜੀ। ਚੰਗਾ ਲੱਗਿਆ। ਜੀ। ਲੇਕਿਨ ਸਵਾਲ ਇਹ ਆ ਕਿ ਜਦੋਂ ਸਰਕਾਰ ਇਹ ਕਹਿ ਰਹੀ ਆ ਕਿ ਬਿਜਲੀ ਦੇ ਬਿੱਲ ਅਦਾ ਕੀਤੇ ਜਾਣ, ਜੀ। ਬਿਲਿੰਗ ਕਰੇ ਕਿਸਾਨ, ਜੀ। ਕਾਰਪੋਰੇਸ਼ਨ ਨੂੰ ਪੈਸੇ ਦੇਵੇ, ਇਹੀ ਕਹਿ ਰਿਹਾ। ਬਿਲਕੁਲ ਸਹੀ ਗੱਲ। ਔਰ ਕਿਸਾਨ ਨੂੰ ਉਹ ਸਾਰੇ ਪੈਸੇ ਰਿਫੰਡ ਕੀਤੇ ਜਾਣਗੇ। ਰਿਫੰਡ ਕੀਤੇ ਜਾਣਗੇ। ਪ੍ਰਧਾਨ ਸਾਹਿਬ ਨੂੰ ਇਤਰਾਜ਼ ਆ ਕਿ ਇਹ ਛਲਾਵਾ ਹੈ, ਇਹ ਪੈਸੇ ਕਦੇ ਸਰਕਾਰਾਂ ਦਿੰਦੀਆਂ ਨੇ। ਮਤਲਬ ਉਹ ਤਾਂ ਕਹਿੰਦੇ ਨੇ ਕਿ ਕੈਪਟਨ ਸਾਹਿਬ ਦਾ ਟਰੈਕ ਰਿਕਾਰਡ ਇਹਨਾਂ ਕਦੀ ਪੈਸੇ ਨਹੀਂ ਮੋੜੇ, ਜੀ ਤੇ ਮੈਂ ਤਾਂ ਕਹਿਣ ਡਿਆ ਕਿ ਪਿਛਲੇ 20 ਸਾਲਾਂ ਤੋਂ ਕਿਸੇ ਨੇ ਨਹੀਂ ਮੋੜੇ। ਤੇ ਅਗਲਾ ਸਵਾਲ ਬੜਾ ਜਾਇਜ਼ ਆ, ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਨੂੰ ਅਸੀਂ ਬਿਜਲੀ ਫ੍ਰੀ ਦਿੱਤੀ, ਜੀ ਤੇ ਕਿਸਾਨ ਪੁੱਛਦਾ ਹੈ ਕਿ ਤੁਹਾਡੇ ਤੋਂ ਬਿਜਲੀ ਮੰਗੀ ਕਿਹਨੇ? ਮੰਗੀ ਕਹਿੰਦੇ ਅਸੀਂ ਤਾਂ ਮੰਗਦੇ ਸੀ ਸਵਾਮੀਨਾਥਨ ਜਿਹੜੀ ਰਿਪੋਰਟ ਸੀ ਜੀ ਉਹ ਲਾਗੂ ਕਰ ਦਿਓ, ਬਿਲਕੁਲ। ਕਿਸਾਨ ਦੀ ਇਨਕਮ ਡਬਲ ਹੋ ਜੇ, ਦੁੱਗਣੀ ਹੋ ਜੇ। ਬਿਲਕੁਲ ਜਦੋਂ ਸਾਡੀ ਇਨਕਮ ਦੁੱਗਣੀ ਹੋ ਜੂ, ਜੀ। ਉਹਦੇ ਵਿੱਚ ਭਾਵੇਂ ਸਾਡੇ ਕੋਲੋਂ ਪਾਣੀ ਦਾ ਬਿੱਲ ਲੈ ਲਿਓ, ਭਾਵੇਂ ਤੁਸੀਂ ਬਿਜਲੀ ਦਾ ਲੈ ਲਿਓ। ਬਿਲਕੁਲ ਸਹੀ ਗੱਲ ਸਾਨੂੰ ਘਸਿਆਰੇ ਕਾਹਤੋਂ ਬਣਾਉਂਦੇ ਹੋ? ਜੀ। ਸਾਨੂੰ ਇਹ ਕਿਉਂ ਕਹਿੰਦੇ ਹੋ ਕਿ ਲਓ ਤੁਹਾਨੂੰ 500,000 ਰੁਪਏ ਦਾ ਮਹੀਨੇ ਦਾ ਫਾਇਦਾ ਕਰਾਤਾ? ਸਾਨੂੰ ਸਾਡੀ ਫਸਲ ਦਾ ਪੂਰਾ ਮੁੱਲ ਦੇਣ ਲਈ ਕਦੇ ਤੁਸੀਂ ਮੋਰਚਾ ਕਿਉਂ ਨਹੀਂ ਲਾਉਂਦੇ? ਬਿਲਕੁਲ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਪੜ੍ਹੇ ਲਿਖੇ ਬੰਦੇ ਆ, ਜੀ। ਉਹਨਾਂ ਨੇ ਕਦੀ ਸਵਾਮੀਨਾਥਨ ਕਮੇਟੀ ਦੀਆਂ ਰਿਪੋਰਟਾਂ ਲਾਗੂ ਕਰਾਉਣ ਲਈ ਕੋਈ ਐਫਰਟਸ ਲਾਏ? ਕਦੇ ਪ੍ਰਧਾਨ ਮੰਤਰੀ, ਕਦੇ ਕਿਸੇ ਕੈਬਨਿਟ ਦੀ ਮੀਟਿੰਗ ਦੇ ਵਿੱਚ? ਕਦੀ ਕਿਸੇ ਨੇ ਵੀ ਨਹੀਂ ਲਾਏ। ਦੇਖੋ ਕੈਪਟਨ ਅਮਰਿੰਦਰ ਸਿੰਘ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਉਹ ਕਿਸਾਨ ਨੇ। ਘੱਟੋ ਘੱਟ ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਜਿਹਨੂੰ ਤੁਸੀਂ ਕਹਿ ਰਹੇ, ਇਹ ਤੇ ਕਹਿ ਰਹੇ ਕਿ ਅਸੀਂ ਹੈ ਹੀ ਕਿਸਾਨ। ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨ ਵੋਟਾਂ ਤੇ ਨਿਰਭਰ ਹੈ, ਜੀ। ਤੇ ਬਾਦਲ ਕੇ ਵੀ ਕਿਸਾਨ ਵੋਟਾਂ ਤੇ ਹੀ ਨਿਰਭਰ ਹੈ। ਬਿਲਕੁਲ। ਗੱਲ ਬਹੁਤ ਅਹਿਮ ਆ ਕਿ ਕੋਈ ਦੌਰ ਸੀ, ਪ੍ਰਧਾਨ ਜੀ ਜੇ ਸੁਣਦੇ ਹੋ ਤੇ ਕੋਈ ਦੌਰ ਸੀ, ਪੁੱਛ ਲਿਓ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ। ਜੀ। ਕਿਸੇ ਸਮੇਂ 'ਚ ਅਕਾਲੀ ਦਲ ਬਾਕੀ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਨਾਲ ਰਲ ਕੇ ਜੀ। ਇਹਨਾਂ ਮੁੱਦਿਆਂ ਦੇ ਉੱਤੇ ਆਮ ਰਾਏ ਬਣਾਉਂਦਾ ਹੁੰਦਾ ਸੀ ਸਰਕਾਰਾਂ ਦੇ ਖਿਲਾਫ। ਬਿਲਕੁਲ ਸਰਕਾਰਾਂ ਤੇ ਪ੍ਰੈਸ਼ਰ ਪਾਉਂਦੇ ਸੀ। ਜੀ। ਨਾਇਡੂ ਵਰਗਿਆਂ ਨਾਲ ਸਾਂਝ ਇਹਨਾਂ ਦੀ ਇਸੇ ਕਰਕੇ ਸੀ ਜੀ। ਕਿ ਉਹ ਲੋੜ ਪੈਣ ਤੇ ਇਹਨਾਂ ਦੀ ਮਦਦ ਲੈਂਦੇ ਸੀ, ਇਹ ਉਹਨਾਂ ਦੀ ਕਰਦੇ ਸੀ। ਕਰੁਣਾਨਿਧੀ ਤੋਂ ਲੈ ਕੇ ਜੈਲਲਤਾ ਤੱਕ, ਔਰ ਫਿਰ ਬਾਕੀ ਜਿੰਨੀਆਂ ਵੀ ਖੇਤਰੀ ਪਾਰਟੀਆਂ ਸੀ, ਜੀ। ਚੁਟਾਲਿਆਂ ਨਾਲ ਕਾਦੀ ਸਾਂਝ ਸੀ? ਬਿਲਕੁਲ ਇਹ ਸਾਰੀਆਂ ਸਾਂਝਾਂ ਸੀ ਕਿ ਲੋੜ ਪੈਣ ਤੇ ਇਕੱਠੇ ਹੋ ਕੇ, ਜੇ ਇੱਕ ਦੀ ਗੱਲ ਨਹੀਂ ਮੰਨੀ ਜਾਂਦੀ ਤੇ ਜੀ। ਸਾਰਿਆਂ ਨੂੰ ਲੈ ਲਓ। ਤੇ ਕਹਿੰਦੇ ਹੁਣ ਕਿ ਜਦੋਂ ਚੌਧਰੀ ਚਰਨ ਸਿੰਘ ਹੋਰਾਂ ਨੇ, ਉਹ ਕਿਸਾਨ ਸੀ ਜੀ, ਜਦੋਂ ਕਿਸਾਨਾਂ ਨੂੰ ਕੁਝ ਰਾਇਤ ਦਿੱਤੀ ਤੇ ਕਿਸੇ ਪੱਤਰਕਾਰ ਨੇ ਪੁੱਛ ਲਿਆ ਜੀ ਕਿ ਤੁਸੀਂ ਕਿਸਾਨਾਂ ਨੂੰ ਰਾਇਤ ਦੇ ਦਿੱਤੀ, ਉਹਨਾਂ ਨੇ ਕਿਸਾਨੀ ਨਾਲ ਜੁੜਿਆ ਇੱਕ ਸ਼ਬਦ ਪੁੱਛ ਲਿਆ ਕਿ ਤਾਂਗੜ ਕੀ ਹੁੰਦਾ ਬਾਈ? ਪਤਾ? ਕਹਿੰਦੇ ਜੀ ਸਾਨੂੰ ਕੀ ਪਤਾ। ਤੇ ਕਹਿੰਦਾ ਫਿਰ ਜੇ ਤੁਹਾਨੂੰ ਪਤਾ ਹੀ ਨਹੀਂ ਕਿਸਾਨੀ ਦਾ, ਤੇ ਫਿਰ ਜੇ ਕਿਸਾਨਾਂ ਨੂੰ ਰਾਇਤ ਮਿਲ ਗਈ ਆ ਤੇ ਕਹਿੰਦਾ ਤੁਹਾਨੂੰ ਕੀ ਹੋਇਆ? ਫਿਰ ਸਰਦਾਰ, ਜਿਨ੍ਹਾਂ ਲੋਕਾਂ ਨੂੰ ਕਿਸਾਨੀ ਦਾ ਪਤਾ ਹੀ ਨਹੀਂ ਆ, ਤੇ ਫਿਰ ਉਹ ਜਿਹੜੇ ਲੋਕ ਨੇ ਉਹ ਕਿਸਾਨੀ ਦੀ ਗੱਲ ਕਰੀ ਜਾ ਰਹੇ ਨੇ ਜਾਂ ਕਿਸਾਨੀ ਛੱਡ ਚੁੱਕੇ ਨੇ। ਜਦੋਂ ਸਾਰਾ ਜਿਹੜਾ ਤੁਹਾਡਾ ਸਿਆਸਤ ਆ ਉਹ ਤੇ ਕਾਰੋਬਾਰ ਹੋ ਰਹੀ, ਕਾਰਪੋਰੇਟ ਸੈਕਟਰ। ਅੱਜ ਤੱਕ ਸੁਖਬੀਰ ਸਿੰਘ ਬਾਦਲ ਨੇ ਕਦੇ ਜਵਾਬ ਨਹੀਂ ਦਿੱਤਾ ਜੀ। ਉਹਨਾਂ ਦੀ ਕੋਈ ਐਸਾ ਖੇਤਰ ਨਹੀਂ ਜਿਹਦੇ ਵਿੱਚ ਉਹਨਾਂ ਨੇ ਆਪਣੇ ਕਾਰੋਬਾਰੀ ਪੈਰ ਨਹੀਂ ਪਸਾਰੇ। ਬਿਲਕੁਲ। ਔਰ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਜੀ। ਅਗਲੇ ਕਾਰੋਬਾਰੀ ਜੀ ਆਇਆ ਕਰਨ, ਸਾਰੀ ਦੁਨੀਆ ਕਰਦੀ ਫਿਰਦੀ। ਜੀ। ਇਤਰਾਜ਼ ਉੱਥੇ ਹੁੰਦਾ ਹੈ ਕਿ ਜਦੋਂ ਤੁਸੀਂ ਸੂਬੇ ਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਹੋਵੋ, ਜੀ, ਤੇ ਮੈਨੂੰ ਦੱਸੋ ਕਿ ਰੂਲ ਐਂਡ ਰੈਗੂਲੇਸ਼ਨਸ ਕਿਸੇ ਵੀ ਵਪਾਰ ਦੇ ਵੀ ਤੈਅ ਤੁਸੀਂ ਕਰਨੇ ਹੋਣ, ਜੀ, ਤੇ ਸਵਾਲ ਤੇ ਉੱਠਦਾ ਨਾ ਕਿ ਬਿਲਕੁਲ। ਤੁਸੀਂ ਉਹੀ ਨੀਤੀ ਬਣਾਓਗੇ ਜੀ। ਜਿਹੜੀ ਤੁਹਾਨੂੰ ਵਾਰਾ ਖਾਂਦੀ। ਜਿਹੜੀ ਤੁਹਾਨੂੰ ਵਾਰਾ ਖਾਂਦੀ। ਫਿਰ ਉਹਨਾਂ ਮਹਿਕਮਿਆਂ ਦੇ ਅਫਸਰ ਆਪਣੇ ਮੁੱਖ ਮੰਤਰੀ ਨੂੰ ਜਿਹੜੇ ਜਵਾਬ ਦੇ ਨੇ, ਉਹ ਜੀ। ਤੁਹਾਡੀ ਕਿਸੇ ਵੀ ਬਿਜ਼ਨਸ ਦੀ ਚੈਕਿੰਗ ਕਰ ਸਕਣਗੇ? ਦੇਖੋ ਥਰਮਲ ਪਲਾਂਟਾਂ ਦਾ ਜਿਹੜਾ ਜੋ ਕੋਈ ਲੈਣ ਦੇਣ ਹੋਇਆ, ਜੋ ਉਹਨਾਂ ਦੇ ਨਿਯਮ ਬਣੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ, ਉਹ ਤੁਹਾਡੇ ਸਾਹਮਣੇ ਹੀ ਨੇ। ਮੈਂ ਨਹੀਂ ਕਹਿੰਦਾ ਲੈਣ ਦੇਣ ਹੋਇਆ, ਲੇਕਿਨ ਜਿੰਨਾ ਲੈਣ ਦੇਣ ਤੋਂ ਬਾਅਦ ਜਿਹੜੇ ਨਿਯਮ ਬਣੇ ਨੇ, ਨਿਯਮ ਬਣੇ, ਨੈਗੋਸੀਏਸ਼ਨ ਸਰਕਾਰੀ ਪੱਧਰ ਤੇ ਨੈਗੋਸੀਏਸ਼ਨ ਜਿਹੜੀ ਹੋਈ ਹੈ, ਗੱਲਬਾਤ ਜਿਹੜੀ ਹੋਈ ਹੈ, ਹੋਈ ਨਹੀਂ ਸਰਦਾਰ ਜੀ। ਨੈਗੋਸੀਏਸ਼ਨ ਤੇ ਹੋਈ ਹੀ ਨਹੀਂ। ਹਾਂ, ਰੋਣਾ ਤੇ ਕਹਿੰਦੇ ਨਾ ਜੀ ਮਰੀ ਤੇ ਤਾਂ ਜੇ ਸਾਹ ਨਾ ਆਇਆ। ਸਾਹ ਨਾ ਆਇਆ। ਨੈਗੋਸੀਏਸ਼ਨ ਜ ਹੋਈਆਂ ਹੁੰਦੀਆਂ ਜੀ। ਤੇ ਜਨਤਾ ਤੇ ਬੋਝ ਕਿਉਂ ਪੈਂਦਾ? ਬਿਲਕੁਲ। ਅੱਜ ਦੂਜੇ ਸੂਬਿਆਂ 'ਚ ਦਿੱਲੀ ਵਰਗਾ ਰਾਜ ਆ, ਜੀ। ਕਹਿੰਦਾ ਬਿਜਲੀ ਲੈਣੀ ਐਸ ਰੇਟ ਤੇ, ਬਿਲਕੁਲ ਦੇਣੀ ਆ ਦਿਓ। ਜੀ। ਅਗਲੇ ਕਹਿੰਦੇ ਆ ਮਰਦੀ ਨੂੰ ਕਹਿੰਦੇ ਵੀ ਦੇਣੀ ਹੈ। ਬਿਲਕੁਲ। ਦੇਣੀ ਕਿੱਦਾਂ ਨਹੀਂ? ਜਦੋਂ ਜੀ। ਇਨਫਰਾਸਟ੍ਰਕਚਰ ਲੱਗਿਆ, ਸਾਰਾ ਕੁਝ ਲੱਗਿਆ, ਉਹ ਜੀ। ਕਹਿੰਦੇ ਜੀ 2 ਰੁਪਏ ਸਸਤੀ ਦੇ ਦਿਓ, ਘੱਟੋ ਘੱਟ ਸਾਨੂੰ ਆਪਣਾ ਪ੍ਰੋਫਿਟ ਘਟਾ ਲਓ। ਇੱਥੇ ਸਾਡੇ ਉੱਤੇ ਇੰਨਾ ਬੋਝ ਪਾਤਾ ਗਿਆ। ਜੀ। ਬਾਦਲ ਸਾਹਿਬ, ਸਰਦਾਰ ਸੁਖਬੀਰ ਸਿੰਘ
ਵਿਰੋਧੀ ਧਿਰ ਦੇ ਵਿੱਚ ਵੱਡਾ ਲੀਡਰ ਹੈ, ਮੋਰਚਾ ਹੀ ਲਾਉਂਦਾ ਇੱਕ। ਬਿਲਕੁਲ ਆ ਮਰ ਚੱਲੇ ਲੋਕ ਬਿਜਲੀ ਦੇ ਬਿੱਲ ਇਸੇ ਸਾਲ ਪਿਛਲੇ ਮਹੀਨੇ ਦੇ ਹਿਸਾਬ ਨਾਲ ਆਏ ਜੀ, ਔਰ ਆਮ ਨਾਲੋਂ ਜਿੰਨੀਆਂ ਰੀਡਿੰਗ ਸੀ ਉਸ ਤੋਂ ਵੱਧ ਆਏ। ਕੁਸਕੇ ਤੱਕ ਨਾ ਤੁਸੀਂ ਆਖਰ ਕਿਹੜੀ ਗੱਲ। ਬਹੁਤ ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਕਈ ਗਲਤ ਫੈਸਲੇ ਕਰਦੀ ਹੈ। ਸਹੀ ਗੱਲ। ਕੈਪਟਨ ਅਮਰਿੰਦਰ ਸਿੰਘ ਜੋ ਫੈਸਲੇ ਲੈਂਦੇ ਆ ਟੋਟਲ ਅਫਸਰਸ਼ਾਹੀ ਲੈਂਦੀ ਹੈ ਜੀ, ਔਰ ਹਰ ਥਾਂ ਹੀ ਸੁਖਵੀਰ ਨਾਲ ਕੌਣ ਖੜੇ ਆਪ ਲੈਂਦੇ ਸੀ, ਉੱਥੇ ਵੀ ਅਫਸਰਸ਼ਾਹੀ ਲੈਂਦੇ ਸੀ। ਸਵਾਲ ਇਹ ਆ ਕਿ ਜਦੋਂ ਪੰਜਾਬ ਦੇ ਲੋਕ ਨਪੀੜੇ ਜਾਂਦੇ ਰਹੇ, ਸਟੇਟ ਮਰਦੀ ਰਹੀ, ਉਦੋਂ ਤੁਸੀਂ ਆਰਾਮ ਨਾਲ ਦਿਨ ਕਟੀ ਕਰਦੇ ਰਹੇ। ਅੱਜ ਤੁਹਾਨੂੰ ਮੁੱਦਾ ਚਾਹੀਦਾ ਸਿਆਸਤ ਗਰਮਾਉਣ ਲਈ। ਖੁਦਕੁਸ਼ੀਆਂ ਤੁਹਾਡੇ ਸਾਹਮਣੇ ਆਈਆਂ ਸਰਦਾਰ ਸਾਹਿਬ, ਅੱਜ ਸਿਆਸਤ ਗਰਮਾਉਣ ਲਈ ਮੁੱਦਾ ਚਾਹੀਦਾ। ਹਾਂ, ਤੁਸੀਂ ਮੈਦਾਨ 'ਚੋਂ, ਲੇਕਿਨ ਮਾਫ ਕਰਨਾ, ਮੁੱਦਾ ਚਾਹੀਦਾ ਕੁਝ ਦਿਨਾਂ ਲਈ। ਬੜੀ ਸਾਫ਼ ਗੱਲ ਹੈ। ਕੱਲ ਤੱਕ ਮੁੱਦਾ ਸੀਗਾ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਮੁੱਖ ਸਕੱਤਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜੀ। ਉਹ ਮੁੱਦਾ ਉਠਾਇਆ, ਪੂਰਾ ਜਾਹੋ ਜਲਾਲ ਸੀ ਬਾਦਲ ਦਲ ਦੇ ਮੱਥੇ ਦੇ ਉੱਤੇ। ਪੂਰਾ ਹਰ ਜਗ੍ਹਾ ਤੇ ਬਿਆਨ ਤੇ ਬਿਆਨ, ਬਿਆਨ ਤੇ ਬਿਆਨ, ਲਾਈਵ, ਬਾਰ-ਬਾਰ ਲਾਈਵ। ਕੁਝ ਦਿਨਾਂ ਬਾਅਦ ਕੀ ਹੋਇਆ, ਉਹਦੇ ਚੋਂ ਨਿਕਲਿਆ ਜੀ ਕਿ ਇਹ ਸ਼ਰਾਬ ਮਾਫੀਆ ਪੰਜਾਬ ਜਿਹੜਾ ਆ, ਉਹਦੀ ਐਕਸਾਈਜ਼ ਜਿਹੜੀ ਆ 5500 ਕਰੋੜ ਘਟ ਗਈ, 5600 ਕਰੋੜ ਘਟ ਗਈ। CBI ਦੀ ਜਾਂਚ ਕਰਾ ਲਓ। ਲੇਕਿਨ ਹੁਣ ਕੱਲ ਤੋਂ ਬਾਅਦ ਕਿਸੇ ਨੂੰ ਉਹ 5500 ਕਰੋੜ 5600 ਕਰੋੜ ਯਾਦ ਨਹੀਂ, ਕਿਸੇ ਨੂੰ ਉਹ ਸ਼ਰਾਬ ਮਾਫੀਆ, ਉਹ ਨਸ਼ਾ ਮਾਫੀਆ ਯਾਦ ਨਹੀਂ। ਔਰ ਰਾਤ ਨੂੰ ਨਵਾਂ ਮੁੱਦਾ ਜਿਹੜਾ ਸੀ ਸਾਹਮਣੇ ਆ ਗਿਆ। ਸਰਦਾਰ ਜੀ ਦੇਖੋ, ਬੀਜ ਵਾਲਾ ਇੱਕ ਘੁਟਾਲਾ ਸਾਹਮਣੇ ਆਉਂਦਾ। ਹਾਂ, ਬੀਜ ਘੁਟਾਲਾ ਸਾਹਮਣੇ ਆ ਗਿਆ। ਬੀਜ ਘੁਟਾਲਾ ਹਰ ਸਾਲ ਹੀ ਆ ਜਾਂਦਾ। ਬਿਲਕੁਲ, ਇਹ ਨਹੀਂਗਾ ਕਿ ਜਿਹੜੇ ਲੋਕ ਕੰਮ ਇਹਨਾਂ ਖੇਤਰਾਂ 'ਚ ਕਰ ਰਹੇ ਆ ਜੀ, ਉਹਨਾਂ ਨੂੰ ਚੈੱਕ ਕਰੋ, ਉਹਨਾਂ ਦਾ ਟੋਟਲ ਨੱਕ 'ਚ ਦਮ ਕਰ ਦਿਓ, ਕਿਉਂਕਿ ਮਰੀ ਹੋਈ ਕਿਸਾਨੀ ਦੇ ਹੁਣ ਤੁਸੀਂ ਹੱਡ 'ਚ ਰੁੰਡੋਗੇ। ਹਰੇਕ ਬੰਦਾ ਕਹਿੰਦਾ ਹੈ ਕਿ ਜਿਹੜੀਆਂ ਧਿਰਾਂ ਆਲਰੇਡੀ ਬਹੁਤ ਥੱਲੇ ਚਲੇ ਗਈਆਂ, ਜਿਨ੍ਹਾਂ ਨੂੰ ਬਹੁਤ ਤੁਰੰਤ ਜ਼ਰੂਰਤ ਹੈ, ਮਦਦ ਦੀ ਜ਼ਰੂਰਤ ਆ, ਜਿਨ੍ਹਾਂ ਨੂੰ ਫਸਲੀ ਵਿਭਿੰਨਤਾ ਦੇ ਰੂਪ ਦੇ ਵਿੱਚ ਮੰਡੀਆਂ ਦੀ ਲੋੜ ਆ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਦੀ ਸਬਸਿਡੀਜ਼ ਦੀ ਲੋੜ ਆ, ਲੇਕਿਨ ਸਬਸਿਡੀਜ਼ ਤਰਕਸੰਗਤ ਹੋਣ। ਠੀਕ ਹੈ ਜੀ। ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ, ਬਾਕੀ ਦੇਸ਼ਾਂ ਦੇ ਵਿੱਚ ਆ, ਕਿਸਾਨੀ ਦੀ ਜਿੱਦਾਂ ਬਾਹ ਫੜਨ ਦੀ ਲੋੜ ਆ, ਫੜੋ ਜੀ। ਗੱਲ ਇਹ ਹੈ ਕਿ ਤੁਸੀਂ ਸਿਰਫ ਤੇ ਸਿਰਫ ਇਹ ਨਾ ਜਾਓ ਕਿ ਅਸੀਂ ਇਸ ਸਰਕਾਰ ਨੇ ਆ ਫੈਸਲਾ ਕੀਤਾ ਦੇ ਵਿਰੋਧ 'ਚ ਜਾਣਾ। ਉਹ ਵਿਰੋਧ ਦੇ ਵਿੱਚ ਜਾਓ, ਕੰਮ ਕਰਾਓ। ਤੁਸੀਂ ਕੋਸ਼ਿਸ਼ ਕਰੋ ਕਿ ਗਵਰਨਮੈਂਟ ਜਿਹੜੇ ਨਿਯਮ ਬਣਾਉਂਦੀ ਆ ਉਹ ਕਿਸਾਨ ਦੇ ਹਿੱਤ 'ਚ ਜਾਣ। ਤੁਸੀਂ ਵੀ ਕਰਦੇ ਰਹੇ ਹੋ ਜੀ। ਅੱਜ ਵੀ ਸਰਦਾਰ ਸਾਹਿਬ ਦੇਖੋ, ਜੋ ਮਰਜ਼ੀ ਕਹੋ ਤੁਸੀਂ, 31,000 ਕਰੋੜ ਰੁਪਏ ਦਾ ਇੱਕ ਐਸਾ ਮਸਲਾ ਫਸਿਆ, ਕਦੀ ਕਿਸੇ ਨੇ ਭੋਗ ਹੀ ਨਹੀਂ ਪਾਇਆ। ਮੈਂ ਕਿਹਾ ਗਲੇ ਦੀ ਹੱਡੀ ਬਣਿਆ। ਮੈਂ ਕਿਹਾ ਜੀ ਕਿਸੇ ਨੇ ਜਵਾਬ ਕਦੀ ਹੁਣ ਮੁੱਦਾ ਹੀ ਨਹੀਂ ਉੱਠਿਆ ਕਦੀ ਉਹਦੇ ਬਾਰੇ। ਕਿਹਨ ਦਿੱਤਾ, ਉਹ ਕਦੇ ਅਸੀਂ ਦਿੱਤਾ ਹੀ ਨਹੀਂ। ਪਹਿਲੀ ਗੱਲ ਤੇ ਸਾਫ਼ ਹੀ ਮੁੱਕਰ ਜਾਣਾ ਹੁੰਦਾ ਜੀ। ਪਹਿਲੀ ਗੱਲ ਸਾਫ਼ ਅਸੀਂ ਤੇ ਕੀਤਾ ਹੀ ਨਹੀਂ, ਬੜੇ ਆਰਾਮ ਨਾਲ ਕਹਿ ਦੇਣਾ। ਮੁੜ ਕੇ ਹੁਣ ਜੇ ਦੂਜੀ ਧਿਰ ਨੇ ਉਠਾ ਲਿਆ ਮੁੱਦਾ ਤੇ ਫਿਰ ਨਾਲ ਖੜੋ ਜੋ। ਨਹੀਂ, ਮੈਂ ਇਹ ਸਰਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਸ਼ਾਬਾਸ਼ ਦੇਣੀ ਚਾਹੂੰਗਾ, ਜਿੰਨੀ ਉਹਨਾਂ ਇਨਸਟੈਂਟਲੀ ਗਰਮਜੋਸ਼ੀ ਨਾਲ ਇਹ ਮਸਲਾ ਉਠਾਇਆ। ਕਿਸਾਨ ਦੀ ਇੱਕ ਮੰਗ ਹੈ, ਕਿਸਾਨ ਦੀ ਇੱਕ ਜਿਹੜੀ ਜਾਇਜ਼ ਰੇਟਾਂ ਵਾਲੀ ਮੰਗ ਹੈ, ਉਹ ਤਾਂ ਮੰਨੀ ਨਹੀਂ ਗਈ। ਤੇ ਜੇ ਆਹ ਬੋਝ ਪੈਣ ਲੱਗਿਆ ਸੀ, ਭਾਵੇਂ ਸਰਕਾਰ ਨੇ ਇੱਕ ਹੱਥ ਦੇ ਤੇ ਇੱਕ ਹੱਥ ਲੈਣ ਵਾਲੀ ਗੱਲ ਕੀਤੀ ਹੈ, ਸੁਖਬੀਰ ਸਿੰਘ ਬਾਦਲ ਨੇ ਇਤਰਾਜ਼ ਵੀ ਇਹੀ ਕੀਤਾ ਹੈ ਕਿ ਜੋ ਸਰਕਾਰ ਕਹਿ ਰਹੀ ਹੈ ਇਹਨੇ ਪੂਰਾ ਨਹੀਂ ਕਰਨਾ, ਕਿਸਾਨ ਦੇ ਉੱਤੇ ਮਾਰ ਪੈਣੀ ਹੈ। ਪਰ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਜੇਕਰ ਕਿਸਾਨ ਦੇ ਹੱਕ ਦੇ ਵਿੱਚ ਇਸ ਵੇਲੇ ਕੋਈ ਯੁੱਧ ਲੜ ਸਕਦਾ ਸੀ ਤੇ ਅਕਾਲੀ ਦਲ ਜਿਹੜਾ ਪੁਰਾਣਾ ਹੁੰਦਾ ਸੀ ਉਹ ਲੜ ਸਕਦਾ ਸੀ ਜੀ। ਲੇਕਿਨ ਕਿਸਾਨ ਜਥੇਬੰਦੀਆਂ ਵੀ ਮਰੀਆਂ ਪਈਆਂ। ਅਕਾਲੀ ਦਲ ਨੇ ਸੋਚਿਆ ਕਿ ਕਿਸਾਨੀ ਮੁੱਦੇ ਤੋਂ ਬਿਨਾਂ ਸਾਡਾ ਕੋਈ ਰਾਹ ਨਹੀਂ ਜੀ, ਲੇਕਿਨ ਮੁੱਦਾ ਬਹੁਤ ਛੋਟਾ ਫੜਿਆ ਹੈ। ਮੁੱਦਾ ਫੜਨ ਦੀ ਲੋੜ ਆ, ਸੈਂਟਰ ਨਾਲ ਨੈਗੋਸੀਏਸ਼ਨਸ ਹੁੰਦੀ, ਸਵਾਮੀਨਾਥਨ ਲਈ ਜ਼ੋਰ ਪਾਇਆ ਜਾਂਦਾ, ਘੱਟੋ ਘੱਟ ਸਮਰਥਨ ਮੁੱਲ 'ਚ ਵਾਧਾ ਕੀਤਾ ਜਾਂਦਾ। ਇੱਥੇ ਤੇ ਸਮਰਥਨ ਮੁੱਲ ਵਾਪਸ ਲੈਣ ਦੀਆਂ ਗੱਲਾਂ ਹੋ ਰਹੀਆਂ ਕੇਂਦਰ 'ਚ। ਪਿਛਲੇ ਸਾਲ ਤੋਂ ਇਹਦੇ ਉੱਤੇ ਆ ਤਾਂ ਲਾਕਡਾਊਨ, ਕਰੋਨਾ ਵਰਗੀ ਆ ਗਈ ਬਿਮਾਰੀ, ਅਦਰਵਾਈਜ਼ ਉਹ ਤਾਂ ਕੋਸ਼ਿਸ਼ ਕਰ ਰਹੇ ਸੀ ਕਿ ਸਰਕਾਰੀ ਪੂਲ ਦੇ ਵਿੱਚ ਜਿਹੜਾ ਅੰਨ ਖਰੀਦਿਆ ਜਾਂਦਾ ਹੈ ਜਾਂ ਜਿਹੜੀਆਂ ਚੀਜ਼ਾਂ ਘੱਟੋ ਘੱਟ ਸਮਰਥਨ ਮੁੱਲ ਹੈ, ਮਿਨੀਮਮ ਸਪੋਰਟ ਪ੍ਰਾਈਸ, ਇਹਨੂੰ ਖਤਮ ਕਰੋ। ਉਹ ਕਹਿੰਦੇ ਸਰਕਾਰ ਤੇ ਬੋਝ। ਮੈਂ ਸਾਫ਼ ਕਹਿਣ ਲੱਗਾ, ਜਦੋਂ ਘਟਨਾਵਾਂ ਦਾ ਮੁਲਾਂਕਣ ਕਰੋਗੇ ਕਦੇ ਜੀ ਪਿਛਾਂ ਜਾਓ। ਅਪ੍ਰੈਲ 1982 ਤੋਂ ਅਕਾਲੀ ਦਲ ਨੇ ਮੋਰਚਾ ਸ਼ੁਰੂ ਕੀਤਾ ਸੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੀ। ਉਹ ਮੋਰਚਾ ਬਾਅਦ ਦੇ ਵਿੱਚ ਪੰਜਾਬ ਦੀਆਂ ਹੱਕੀ ਮੰਗਾਂ ਲਈ, ਜਿਨ੍ਹਾਂ 'ਚ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਜੀ, ਸਿੱਖਾਂ ਦੀਆਂ ਧਾਰਮਿਕ ਮੰਗਾਂ ਸਾਰੀਆਂ ਸ਼ਾਮਲ ਸਨ ਜੀ। ਉਸ ਮੋਰਚੇ ਦਾ ਭੋਗ ਪੈ ਗਿਆ
ਜੂਨ 1984 ਚ ਜੀ 36 ਸਾਲ ਬੀਤ ਚੁੱਕੇ ਨੇ ਔਰ ਇਹ ਤੱਥ ਕਿਸੇ ਕੋ ਲੁਕਿਆ ਨਹੀਂ ਕਿ ਉਸ ਮੋਰਚੇ ਦਾ ਪਹਿਲਾ ਜਥਾ ਲਿਆਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 4 ਅਗਸਤ 1982 ਨੂੰ ਜੀ ਉਸ ਵੇਲੇ ਜਿਹੜੇ ਕਿਸਾਨੀ ਦੇ ਮੁੱਦੇ ਉਠਾਏ ਗਏ ਸੀ ਕਿ ਉਹਦੇ ਤੋਂ ਬਾਅਦ ਅਕਾਲੀ ਦਲ ਨੂੰ ਰਾਜ ਭਾਗ ਨਹੀਂ ਮਿਲਿਆ ਅਕਾਲੀ ਦਲ ਨੇ ਜਿਹੜਾ ਰਾਜ ਭਾਗ 2017 ਚ ਜਿਹੜਾ ਖਤਮ ਹੋਇਆ ਇਹਨਾਂ ਦਾ ਦੌਰ ਉੱਥੋਂ ਤੱਕ ਉਹਨਾਂ ਮੁੱਦਿਆਂ ਨੂੰ ਕਿਸ ਮੁਕਾਮ ਤੱਕ ਲਿਆ ਕੇ ਖੜਾ ਕੀਤਾ। ਲਾਓ ਦੂਸਰਾ ਮੋਰਚਾ ਲਾ ਲਓ। ਕਿਹਾ ਸਰਦਾਰ ਜੀ ਤੁਹਾਡਾ ਸਵਾਲ ਬਹੁਤ ਜਾਇਜ਼ ਆ ਕਿ 10 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਕਿਸਾਨੀ ਮੁੱਦੇ ਤੇ ਸੈਂਟਰ ਦੇ ਨਾਲ ਡਾਂਗ ਖੜਕਾਈ? ਹਾਂ, ਇੱਕ ਵਾਰੀ ਵੀ। ਜਦੋਂ ਤੁਹਾਡੇ ਕੋਲ ਵਿਧਾਨ ਸਭਾ ਆਪਣੀ, ਜੀ, ਜਦੋਂ ਤੁਹਾਡੇ ਕੋਲ ਗਵਰਨਮੈਂਟ ਆਪਣੀ, ਮਸ਼ੀਨਰੀ ਆਪਣੀ, ਸਭ ਕੁਝ ਆਪਣਾ, ਤੁਹਾਡੇ ਰਿਸ਼ਤੇ ਵੀ ਸਰਕਾਰਾਂ ਤੋਂ ਸਰਕਾਰਾਂ ਚ ਰਿਸ਼ਤੇ ਤੁਹਾਡੇ ਕੋਲ ਤਾਕਤ ਸਰਕਾਰ ਦੇ ਵਿੱਚ, ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ, ਤੇ ਉਦੋਂ ਤੁਸੀਂ ਚੁੱਪ ਕਰਕੇ ਦਿਨ ਕੱਟ ਲਏ, ਰਾਜ ਆਪਣਾ ਨਜ਼ਾਰੇ ਲੈ ਲਓ। ਹਾਂ, ਹੁਣ ਤੁਸੀਂ ਰਾਜ ਲਈ ਤੜਪਦੇ ਹੋ ਕਿ ਕਿਸਾਨਾਂ ਲਈ ਤੜਪਦੇ ਹੋ, ਇਹ ਦੱਸ ਦਿਓ। ਗੱਲ ਤੇ ਫਿਰ ਉਹੀ ਹੋਈ ਕਿ ਜਿਹੜਾ 82 ਚ ਧਰਮਯੁੱਧ ਮੋਰਚਾ ਸੀ ਸ਼ੁਰੂ ਕੀਤਾ, ਉਹ 84 ਦੇ ਵਿੱਚ ਪੰਜਾਬ ਦੇ ਉੱਤੇ ਕਹਿਰ ਬਣ ਕੇ ਟੁੱਟਿਆ। ਲੇਕਿਨ ਤੁਹਾਨੂੰ ਉਸ ਕਹਿਰ ਦੇ ਵਿੱਚੋਂ ਵੀ ਸੱਤਾ ਮਿਲੀ। ਉਸ ਤੋਂ ਬਾਅਦ ਜੋ ਪੰਜਾਬ ਵਾਪਰਿਆ ਤੁਹਾਨੂੰ ਉਹਦੇ ਚੋਂ ਸੱਤਾ ਮਿਲੀ। ਲੇਕਿਨ ਤੁਸੀਂ ਜਿਹੜੇ ਮੁੱਦਿਆਂ ਦੇ ਜਿਹੜੇ ਤੁਸੀਂ ਤੁਹਾਡੇ ਚੋਣ ਮੈਨੀਫੈਸਟੋ ਸੀ ਉਹ ਹੁਣ ਕਿੱਥੇ ਨੇ? ਮੈਂ ਤਾਂ ਸਰਦਾਰ ਜੀ ਪ੍ਰਧਾਨ ਜੀ ਨੂੰ ਇਹ ਵੀ ਬੇਨਤੀ ਕਰਦਾ, ਕਿਤੇ ਇਤਿਹਾਸ ਪੜ੍ਹਿਓ, ਪੁਰਾਣੀਆਂ ਘਟਨਾਵਾਂ ਤੁਹਾਡੇ ਤਾਂ ਆਮਣੇ ਸਾਹਮਣੇ ਚੱਲਦੀਆਂ ਰਹੀਆਂ ਹੋਣਗੀਆਂ, ਘਰ ਦੇ ਵਿੱਚ ਹੀ ਸਾਰਾ ਕੁਝ ਹੈ, ਇਤਿਹਾਸ ਪੂਰਾ ਪਿਆ ਹੈ ਕਿ ਜਦੋਂ 84 ਤੋਂ ਬਾਅਦ ਸਿੱਖਾਂ ਦੇ ਜ਼ਖਮਾਂ ਤੇ ਥੋੜੀ ਬਹੁਤੀ ਮਲਮ ਦੇ ਰੂਪ ਦੇ ਵਿੱਚ ਕੁਝ ਮਿਲ ਸਕਦਾ ਸੀ, ਸਰਕਾਰਾਂ, ਕੇਂਦਰ ਦੀਆਂ ਸਰਕਾਰਾਂ ਇਹ ਮਹਿਸੂਸ ਕਰਦੀਆਂ ਸੀ ਕਿ ਹੁਣ ਕੁਝ ਨਾ ਕੁਝ ਇਨ ਰਿਟਰਨ ਦੇ ਦਿੱਤਾ ਜਾਵੇ। ਬਿਲਕੁਲ ਠੀਕ ਹੈ। ਉਦੋਂ ਮੈਂ ਕਹਿੰਦਾ ਐਡਾ ਵੱਡਾ ਨੁਕਸਾਨ ਕਰਾ ਕੇ, ਚਲੋ ਜੇ ਤੁਹਾਨੂੰ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਤਾਂ ਲੋਕ ਤੋਏ ਕਰ ਲੈਂਦੇ। ਜਿੱਦਾਂ ਉਦੋਂ ਅਕਾਲ ਤਖਤ ਸਾਹਿਬ ਸਰਕਾਰੀ ਤੌਰ ਤੇ ਬਣਾਇਆ ਗਿਆ ਸੀ, ਬਦਨਾਮੀ ਪੂਰੀ ਹੋਈ ਸਿੱਖਾਂ, ਲੇਕਿਨ ਜਿਹੜੀ ਇਸ ਤੋਂ ਉਹ ਤਾਂ ਗਲਤ ਤਰੀਕਾ ਸੀ, ਸਿੱਖ ਭਾਵਨਾਵਾਂ ਦਾ ਤਿਰਸਕਾਰ ਸੀਗਾ। ਉਹ ਤਾਂ ਤੁਸੀਂ ਉਹ ਜਿਹਨੂੰ ਕਹਿੰਦੇ ਨਾ ਕਿ ਪਹਿਲਾਂ ਗੁਨਾਹ ਕਰੋ ਤੇ ਫਿਰ ਮੁੜ ਕੇ ਆਪੇ ਹੀ ਕਹੋ ਕਿ ਨਹੀਂ ਇਹਨੂੰ ਉਲਟ ਦਿੰਨੇ ਆ। ਲੇਕਿਨ ਤੁਹਾਡੇ ਮਾਮਲੇ 'ਚ ਇਹ ਸੀਗਾ ਕਿ ਤੁਸੀਂ ਚੰਡੀਗੜ੍ਹ ਲੈ ਸਕਦੇ ਸੀ, ਤੁਸੀਂ ਰਾਜਧਾਨੀ ਆਪਣੀ ਹੁੰਦੀ, ਹੋਰ ਕਈ ਮਸਲੇ ਸੀ। ਸੋ ਉਹਨਾਂ ਦੇ ਵਿੱਚ ਨੈਗੋਸੀਏਸ਼ਨਸ ਵੇਲੇ ਤੁਸੀਂ ਚੁੱਪ ਕਰਕੇ ਘਰ ਨੂੰ ਚਲੇ ਗਏ। ਬਿਲਕੁਲ। ਸੁਰਜੀਤ ਸਿੰਘ ਨੇ ਰਾਜੀਵ ਲੋਂਗੋਵਾਲ ਸਮਝੌਤਾ ਹੋਇਆ ਜੀ, ਉਹਦੀ ਕਿਹੜੀ ਮੱਦ ਜਿਹੜੀ ਲਾਗੂ ਹੋ ਸਕੀ ਹੈ? ਕੋਈ ਨਹੀਂ। ਤੁਸੀਂ ਬੋਲੇ ਹੀ ਨਹੀਂ। ਆਖਰਕਾਰ ਤੁਸੀਂ 97 ਚ ਆ ਗਏ ਸੀ, ਤੁਸੀਂ ਦਬਾਅ ਪਾਉਂਦੇ ਕੇਂਦਰ ਦੇ ਉੱਤੇ ਕਿ ਹੁਣ ਇੱਕ ਵਾਰੀ ਕਾਂਗਰਸ ਫਿਰ ਪਰਤ ਆਈ ਹੈ, ਲਿਆਓ ਭਾਈ ਸਾਡਾ, ਕਹਿ ਸਕਦੇ ਸੀ ਨਾ, ਕਰ ਸਕਦੇ। ਲੇਕਿਨ ਮਸਲਾ ਸਿਰਫ ਇਹ ਹੋਈ ਆ ਕਿ ਜਿਹੜੀ ਗੱਲ ਕਿ ਕੁਝ ਜਿਹਨੂੰ ਕਹਿੰਦੇ ਨੇ ਵਾਰਾ ਖਾਂਦੀ ਸਿਆਸਤ, ਕੁਝ ਸਮੇਂ ਲਈ ਸਿਆਸਤ, ਔਰ ਤੋਂ ਗਾਂ ਕੁਛ ਨਹੀਂ ਹੈ। ਬਾਕੀ ਜੇ ਤੁਸੀਂ ਸ਼ਾਇਦ ਸਹਿਮਤ ਹੋ ਜਾਓ, ਹੋਰ ਸਾਡੇ ਦੋਸਤ ਸਹਿਮਤ ਹੋਣਗੇ ਕਿ 30 ਮਈ ਨੂੰ ਜਿਹੜੀ ਕੋਰ ਕਮੇਟੀ ਨੇ ਇਹਨਾਂ ਦਾ ਫੈਸਲਾ ਕਰਨਾ, ਉਹ ਕੋਈ ਬਹੁਤ ਵੱਡੀ ਕਿਸਾਨ ਪ੍ਰਸਤੀ ਹੋਏਗੀ, ਕਿਸਾਨਾਂ ਦੇ ਹਿੱਤਾਂ ਦੀ ਹੋਏਗੀ ਜਾਂ ਪੰਜਾਬ ਦੇ ਹਿੱਤਾਂ ਦੀ ਹੋਏਗੀ, ਤਾਂ ਉਹ ਮਹਿਜ ਕੁਝ ਦਿਨਾਂ ਲਈ ਅਖਬਾਰ ਦੀਆਂ ਸੁਰਖੀਆਂ ਤੱਕ ਹੋਈ। ਮੈਂ ਤੁਹਾਨੂੰ ਜਿੰਨਾ ਕਿ ਮੈਂ ਸਿਆਸਤ ਨੂੰ ਸਮਝਦਾ ਜਾਂ ਤੁਸੀਂ ਸਮਝਦੇ ਹੋ, ਸਾਡੇ ਨਾਲੋਂ ਜ਼ਿਆਦਾ ਸਾਡੇ ਸੂਝਵਾਨ ਸਰੋਤੇ ਜਾਣਦੇ ਆ, ਜਿਹੜਾ ਸਾਰੀ ਜ਼ਿੰਦਗੀ ਗਾਲੀ ਆ। ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ, ਪਹਿਲਾਂ ਹੀ ਅੰਦਾਜ਼ਾ ਹੈ ਕਿ ਸਿਆਸਤ ਹੈ। ਜਦੋਂ ਨੂੰ ਸੁਖਬੀਰ ਸਿੰਘ ਬਾਦਲ ਨੇ 30 ਤਰੀਕ ਦੀ ਵੇਟ ਕਰਨੀ ਹੈ ਨਾ, ਅਗਲਿਆਂ ਨੇ ਉਦੋਂ ਤੱਕ ਇਹ ਸਪਸ਼ਟੀਕਰਨ ਦੇ ਦੇਣਾ ਕਿ ਅਸੀਂ ਵਾਪਸ ਨਹੀਂ ਲੈ ਰਹੇ। ਪਰ ਕੀ ਜੇ ਸੁਖਬੀਰ ਸਿੰਘ ਨੇ ਇਹ ਦਿਲ ਰੱਖਿਆ, ਕੱਢਿਆ ਐਡਾ ਵੱਡਾ, ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹਾ ਦਾ ਨਾਰਾ ਮਾਰਨ ਦਾ ਹੀਆ ਕੀਤਾ ਤੇ ਫਿਰ ਸਰਦਾਰ ਜੀ ਜੇ ਇਹ ਮੁੱਦਾ ਨਾ ਵੀ ਰਵੇ ਤੇ ਚਲੋ ਕੇਂਦਰ ਨਾਲ ਯੁੱਧ ਲੜੀਏ। ਪਤਾ ਲੱਗ ਜਾਣਾ ਤੁਹਾਨੂੰ 29 ਮਈ ਨੂੰ ਪਤਾ ਲੱਗ ਜਾਣਾ ਵੀ ਕਿਹੜੇ ਜਿੱਥੇ ਮੁਜ਼ਾਹਰੇ ਹੋ ਰਹੇ ਉੱਥੇ ਉਹ ਤਰਪਾਲਾਂ ਕਿੱਦਾਂ, ਕਨਾਤਾਂ ਕਿੱਦਾਂ ਲੱਗ ਰਹੀਆਂ ਤੇ ਪੱਖੇ ਕਿੱਦਾਂ ਲੱਗ ਰਹੇ ਨੇ। ਮੈਂ ਕਿਹਾ ਜੀ ਕਿਉਂਕਿ ਹੁਣ ਇਹ ਅਕਾਲੀ ਉਹ ਅਕਾਲੀ ਨਹੀਂ ਹੈ ਜਿਹੜੇ ਤਪਦੀ ਧੁੱਪ ਦੇ ਵਿੱਚ, ਚਿਲਕਦੀ ਧੁੱਪ ਦੇ ਵਿੱਚ ਜਿਹੜੇ ਸੀ ਸੜਕਾਂ ਤੇ ਬੈਠ ਜਾਂਦੇ ਸੀ ਸਰਕਾਰਾਂ ਦੇ ਖਿਲਾਫ। ਬਿਜਾਈ ਦਾ ਮੌਸਮ ਹੈ ਜੀ, ਔਰ ਇੱਕ ਰਵਾਇਤ ਆ ਜੀ ਕਿ ਅਗਲੀ ਫਸਲ ਬੀਜਣ ਤੋਂ ਪਹਿਲਾਂ ਸਰਕਾਰਾਂ ਉਹਦੇ ਮੁੱਲ ਦੀ ਘੋਸ਼ਣਾ ਕਰ ਦਿੰਦੀਆਂ ਨੇ। ਇਹ ਰਵਾਇਤ ਆ। ਬਿਲਕੁਲ ਸਹੀ ਗੱਲ। ਮੈਂ ਕਹਿੰਦਾ ਜੇ ਮੰਨ ਲਓ ਵੀ
ਜਿਹੜੀ ਕੈਪਟਨ ਗਵਰਨਮੈਂਟ ਹੈ ਇਹ ਮੰਨ ਲੈਂਦੀ ਹੈ ਜੀ। ਕਿ ਅਸੀਂ ਜਿਹੜਾ ਬਿਜਲੀ ਦੇ ਬਿੱਲਾਂ ਵਾਲਾ ਮਸਲਾ ਹੈ ਹਾਂ ਤੇ ਜੇ ਤੇ ਫਿਰ ਤੁਹਾਨੂੰ ਤੁਸੀਂ ਲੈ ਕੇ ਦਿਓ 1000 ਰੁਪਇਆ ਕੁਇੰਟਲ ਜਾਂ 500 ਰੁਪਏ ਕੁਇੰਟਲ ਦਾ ਵਾਧਾ ਕਰਾ ਕੇ ਦਿਓ। ਜੀ ਤੁਸੀਂ ਕਹੋ ਮੋਦੀ ਬਿਲਕੁਲ। ਸਰਕਾਰ ਨੂੰ, ਤੁਹਾਡੀ ਅੱਜ ਵੀ ਕੇਂਦਰ ਦੇ ਵਿੱਚ ਤਾਕਤ ਹੈ, ਪੂਰੀ ਤਾਕਤ ਹੈ। ਤੁਹਾਡੀ ਕੇਂਦਰ 'ਚ ਤਾਕਤ ਹੈ। ਜੀ। ਤੁਸੀਂ ਪੰਜਾਬ ਤੇ ਨਿਰਭਰ ਕਿਉਂ ਹੋ? ਤੁਸੀਂ ਕਿਉਂ ਬਾਰ-ਬਾਰ ਕੈਪਟਨ ਨੂੰ ਕਹਿ ਰਹੇ ਹੋ? ਤੁਸੀਂ ਪੰਜਾਬ ਦੀ ਬਜਾਏ ਕੇਂਦਰ ਨੂੰ ਕਹੋ ਕਿ ਨਹੀਂ, ਸਾਡੇ ਕਿਸਾਨਾਂ ਦਾ ਸਾਰਾ ਜਿਹੜਾ ਬਿਜਲੀ ਪੰਜਾਬ ਦੀ ਕਿਸਾਨੀ ਤੇ ਬਿਜਲੀ ਹੈ ਤੁਸੀਂ ਪੇ ਕਰ ਦਿਓ। ਮੈਂ ਕਿਹਾ ਸੁਖਬੀਰ ਸਿੰਘ ਬਾਦਲ ਇੱਕ ਖੇਤਰੀ ਪਾਰਟੀ ਦੇ ਸਰਵੇ ਸਰਵਾ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਦੇਸ਼ ਭਰ ਦੀਆਂ ਜਿੰਨੀਆਂ ਵੀ ਖੇਤਰੀ ਪਾਰਟੀਆਂ ਉਹਨਾਂ ਨਾਲ ਗੱਲਬਾਤ ਕਰਨ ਤੇ ਕੇਂਦਰ ਦੇ ਖਿਲਾਫ ਮੋਰਚਾ ਲਾਉਣ। ਨਾਲੇ ਤੁਸੀਂ ਹੁਣੇ ਮੈਨੂੰ ਕਹਿ ਰਹੇ ਸੀ ਕਿ ਕਰੋਨਾ ਦੇ ਕਰਕੇ ਥੋੜਾ ਜਿਹਾ ਦੂਰ ਰਹਿਣਾ, ਦੂਰੀ ਬਣਾਈ ਰੱਖਣੀ ਹੈ। ਉਹ ਤੁਹਾਡੀ ਗੱਲ ਉਹਨਾਂ ਮੰਨ ਲੈਣੀ। ਹਾਂ, ਹੁਣੇ ਤੁਸੀਂ ਕਹਿ ਰਹੇ ਹੋ ਕਿ ਬਾਕੀ ਖੇਤਰੀਆਂ ਪਾਰਟੀਆਂ ਨੂੰ ਇਕੱਠਾ ਕਰ ਲਓ। ਜਿਹੜੀ ਗੱਲ ਅਜੇ ਆਪਣੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ 10-10 ਬੰਦੇ ਦਫ਼ਤਰ 'ਚ ਪਾਉਣੇ ਤੇ ਸੌਖੇ ਲੱਗ ਰਹੇ ਨੇ, ਠੀਕ ਹੈ, ਤੇ ਜਿੱਦਣ ਬਾਜ਼ਾਰ ਦੇ ਵਿੱਚ ਜਾਂ ਜਿੱਦਣ ਡੀਸੀ ਦਫ਼ਤਰ ਦੇ ਬਾਹਰ 200-250 ਬੰਦਾ ਇਕੱਠਾ ਕਰਨਾ ਪੈ ਗਿਆ, ਉਧਰ ਜਿਹੜੇ ਸੋਸ਼ਲ ਡਿਸਟੈਂਸ ਦੇ ਨਿਯਮ ਲਾਗੂ ਨਹੀਂ ਹੋਣੇ। ਮੇਰੀ ਗੱਲ ਸੁਣ ਲਓ ਸਰਦਾਰ ਜੀ, ਬਹੁਤ ਬੇਨਤੀ ਹੈ। ਬੇਨਤੀ ਇਹ ਆ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਵਿੱਚ ਕਾਨਫਰੰਸ ਕਰ ਲਈ, ਵੀਡੀਓ ਕਾਨਫਰੰਸ ਕਰ ਰਹੇ ਨੇ। ਵੀਡੀਓ ਕਾਨਫਰੰਸ ਜੀ, ਆਪਣੇ ਮੁੱਖ ਮੰਤਰੀ ਵੀ ਐ ਸੱਜ ਕੇ ਬਹਿ ਕੇ ਕਰ ਬਿਲਕੁਲ ਲੈਂਦੇ। ਜ਼ੂਮ ਐਪ ਤੇ ਸੁਖਬੀਰ ਸਿੰਘ ਬਾਦਲ ਵੀ ਕਰ ਲੈਂਦੇ, ਸਾਰੇ ਜਥੇਦਾਰਾਂ ਨਾਲ, ਐਮਐਲਏਜ਼ ਨਾਲ, ਜੀ ਖੇਤਰੀ ਪਾਰਟੀਆਂ ਨਾਲ ਵੀ ਕਰ ਲੈਣਗੇ। ਜੀ ਟੈਕਨੀਕ ਬੜੀ ਆਉਂਦੀ ਹੈ, ਜੀ ਮੁਲਾਜ਼ਮ ਬਹੁਤ ਰੱਖੇ। ਔਰ ਦੂਜੀ ਗੱਲ ਹੋਰ, ਐਮਬੀਏ ਨੇ, ਐਵੇਂ ਨਾ ਸਮਝਿਓ ਕਿ ਚਾਦਰ ਬੰਨ ਜਥੇਦਾਰ ਆ। ਜੀ ਜੀ ਅਗਲੇ ਨੇ ਵੱਡੀ ਐਮਬੀਏ ਕੀਤੀ ਹੈ, ਸੋ ਬਿਲਕੁਲ। ਉਹ ਜੇ ਆਈ ਤੇ ਆ ਗਏ ਜੀ, ਤੇ ਉਹ ਸਰਕਾਰ ਨੂੰ ਦਿਨੇ ਤਾਰੇ ਵਿਖਾ ਸਕਦੇ। ਲੇਕਿਨ ਜਿਸ ਕਿਸਾਨ ਨੂੰ ਬਿਜਲੀ ਦਾ ਬਿੱਲ ਇਹਨਾਂ ਦੇ ਕਥਨ ਅਨੁਸਾਰ ਲੱਗਣਾ ਆ, ਉਹਦੇ ਲਈ ਡਿਗਰੀ ਜ਼ਰੂਰੀ ਨਹੀਂ ਹੈ। ਉਹਦੇ ਜਦੋਂ ਝੋਨਾ ਲੱਗਣਾ, ਸਭ ਤੋਂ ਪਹਿਲਾਂ ਕਿਸਾਨ ਲਈ ਬਿਜਲੀ ਦੀ ਸਪਲਾਈ ਜ਼ਰੂਰੀ ਹੈ, ਉਹਦੇ ਲਈ ਪਾਣੀ ਜ਼ਰੂਰੀ ਆ, ਉਹਦੇ ਲਈ ਖਾਦਾਂ ਜ਼ਰੂਰੀ ਨੇ, ਉਹਦੇ ਲਈ ਝੋਨੇ ਦੀ ਪਨੀਰੀ ਜ਼ਰੂਰੀ ਹੈ, ਉਹਦੇ ਲਈ ਮਜ਼ਦੂਰ ਜ਼ਰੂਰੀ ਨੇ। ਹੋਰ ਛੱਡੋ, ਉਹਦੇ ਲਈ ਇਹ ਡਿਗਰੀਆਂ ਕੋਈ ਅਹਿਮੀਅਤ ਨਹੀਂ ਹੋਰ ਰੱਖਣਗੀਆਂ। ਛੱਡੋ, ਹੋਰ ਮੇਰੀ ਗੱਲ ਸੁਣੋ ਪ੍ਰਧਾਨ ਜੀ, ਕਿਸੇ ਦਿਨ ਨਾ ਵੱਡਾ ਦਿਲ ਕਰਕੇ ਇੱਕ ਫੇਸਬੁੱਕ ਤੇ ਲਾਈਵ ਹੋ ਜਾਓ, ਮੇਰੀ ਬੇਨਤੀ ਸਵੀਕਾਰ ਕਰੋ ਬਿਲਕੁਲ, ਤੇ ਦੱਸ ਦਿਓ ਕਿ ਜਿਹੜੇ ਬਿਜਲੀ ਦੇ ਸਮਝੌਤੇ ਹੋਏ ਸੀ ਹਾਂ ਉਹ ਕਿਵੇਂ ਹੋਏ। ਬਿਲਕੁਲ ਤੇ ਕਰ ਦਿਓ ਨਾਲੇ ਇੱਕ ਵਾਰ। ਤੁਸੀਂ ਲੋਕਾਂ ਤੋਂ ਕੀ ਲੈਣਾ, ਤੁਸੀਂ ਆਪੇ ਹੀ ਵਾਈਟ ਪੇਪਰ ਛਾਪ ਦਿਓ ਲਫ਼ਜ਼ਾਂ 'ਚ, ਬਿਲਕੁਲ ਔਰ ਫਿਰ ਪਤਾ ਲੱਗੇ ਕਿ ਕਿਸਾਨ ਦੀ ਮੋਟਰ ਤੇ ਜਿਹੜੀ ਬਿਜਲੀ ਬਲਦੀ ਆ ਨਾ, ਜੀ। ਉਹਦੇ ਨਾਲ ਉਹਦੇ ਘਰੇ ਵੀ ਬਲਦੀ ਆ, ਜੀ, ਜਿਹੜੀ ਬੜੀ ਮਹਿੰਗੀ ਬਲਦੀ। ਸਹੀ ਗੱਲ। ਸਾਡੇ ਗਵਾਂਢੀ ਸੂਬਿਆਂ ਨਾਲੋਂ ਸਾਨੂੰ ਬਿਜਲੀ ਬੜੀ ਮਹਿੰਗੀ ਮਿਲਦੀ ਆ। ਜਰੂਰ ਦੱਸਿਓ, ਤੁਹਾਡੇ ਕੋਲ ਤਾਂ ਫਾਈਲਾਂ ਆਉਂਦੀਆਂ ਰਹੀਆਂ ਹੋਣੀਆਂ, ਹਾਂ। ਤੁਸੀਂ ਤਾਂ ਉਹਨਾਂ ਕੰਪਨੀਆਂ ਨਾਲ ਬਹਿ ਕੇ ਨਾਲੇ ਮੀਟਿੰਗਾਂ ਕਿਤੇ ਕੀਤੀਆਂ ਅਫਸਰ ਹੋਣਗੀਆਂ। ਥੋੜ੍ਹਾ ਚਲੇ ਗਏ, ਉਹੀ ਅਫਸਰਸ਼ਾਹੀ ਹੈ ਜਿਹੜੀ ਇਹਨਾਂ ਦੇ ਟਾਈਮ ਸੀ, ਉਹੀ ਮੈਂ ਹੋਣੀ। ਕਿਹਾ 15 ਸਾਲ ਰਾਜ ਕੀਤਾ, ਹਾਂ। 97 ਤੋਂ ਹੁਣ ਤੱਕ ਜੀ ਪੂਰਾ 5-5 ਸਾਲ। ਜੀ। ਤੇ ਪ੍ਰਧਾਨ ਜੀ ਦਾ ਬੜਾ ਵੱਡਾ ਰੋਲ ਸੀ। ਜੀ ਪ੍ਰਧਾਨ ਜੀ ਕਿਸੇ ਦਿਨ ਬਿਲਕੁਲ ਸੱਚ ਸਾਬਤ ਕਰ ਦਿਓ ਕਿੱਦਾਂ ਵਰਕ ਕਰਦੀ ਹੈ ਜਿਹੜੀ ਸਰਕਾਰ, ਬਿਲਕੁਲ ਕਿੱਦਾਂ ਸਰਕਾਰਾਂ ਕੰਮ ਕਰਦੀਆਂ, ਲੋਕਾਂ ਨੂੰ ਦੱਸੋ। ਤੇ ਫਿਰ ਇਹ ਜ਼ਰੂਰ ਦੱਸੋ ਕਿ ਇਹ ਬਿਜਲੀ ਦੇ ਮੁੱਲ ਇੰਨੇ ਕਿੱਦਾਂ ਵੱਧ ਗਏ ਤੇ ਹੁਣ ਘਟ ਕਿਵੇਂ ਸਕਦੇ ਆ। ਜੀ। ਕੁਝ ਤਾਂ ਮੱਲ ਮਿਲਾਓ, ਕੁਝ ਤਾਂ ਮਰਮ ਮਿਲਾਓ, ਬਿਲਕੁਲ। ਕੁਝ ਤਾਂ ਜ਼ਖਮਾਂ ਦੇ ਉੱਤੇ ਹੱਥ ਇਹਦੇ ਲਈ ਧਰੋ। ਡੇਟ 30 ਮਈ ਰੱਖਣੀ ਹੈ ਲਾਈਵ ਹੋਣ ਲਈ ਕਿ ਹੋਰ ਕੋਈ ਰੱਖਣੀ ਉਹ ਹੈ? ਨਹੀਂ ਸਰ, ਉਹ ਤਾਂ ਅਸੀਂ ਐਵੇਂ ਤਰਲਾ ਜਿਹਾ ਮਾਰਦੇ ਆ ਕਿ ਕਿਤੇ ਸ਼ਾਇਦ ਸਾਡੀ ਸੁਣ ਲੈਣ। ਸਾਨੂੰ ਸੁਣਦੇ ਤਾਂ ਹੋਣਗੇ। ਕੋਰ ਕਮੇਟੀ ਫੈਸਲਾ ਲੈ ਲੈਣ, ਕੋਰ ਕਮੇਟੀ ਫੈਸਲਾ ਲੈ ਸਕਦੀ ਆ ਕਿ ਜਿਹੜਾ ਸੁਝਾਅ ਆ ਉਹਦੇ ਤੇ ਅਮਲ ਕਰ ਲਿਆ ਜਾਵੇ। ਗੱਲ ਸੁਣੋ, ਐਵੇਂ ਤੁਸੀਂ ਨਾ ਜੀ ਜਜ਼ਬਾਤੀ ਹੋ ਜਾਂਦੇ ਹੋ। ਮੈਨੂੰ ਇਹ ਸਮਝਾਓ, ਕੋਰ ਕਮੇਟੀ ਦੇ ਵਿੱਚ ਬੋਲਣਾ ਕਿਨੇ ਕਿਨੇ? ਰੰਧਾਵਾ ਸਾਹਿਬ, ਜਦੋਂ ਜੋਸ਼ ਆਇਆ ਹੋਵੇ ਨਾ, ਇੱਕ ਗੱਲ ਸੁਣ ਲਓ, ਜਦੋਂ ਪਤਾ ਲੱਗੇ ਕਿ ਸਾਹਮਣਾ ਸਿਆਸੀ ਲੀਡਰ ਜਿਹੜਾ ਸੱਤਾਧਾਰੀ ਆ ਮਜ਼ਬੂਤ ਹੋ ਰਿਹਾ ਔਰ ਇੰਨਾ ਕੁ ਜੋਸ਼ ਭਰਨਾ ਬਣਦਾ ਆਪਣੇ ਵਰਕਰਾਂ ਦੇ ਵਿੱਚ, ਆਪਣੇ ਪਾਰਟੀ ਅਹੁਦੇਦਾਰਾਂ ਦੇ ਵਿੱਚ, ਕਿ ਉਹ ਇੱਕ ਵਾਰ ਪੂਰੀ ਤਰ੍ਹਾਂ ਉਲਟਾ ਹੀ ਦੇਣ ਹੁਕੂਮਤ ਨੂੰ। ਪਿਛਲੀ ਵਾਰੀ ਜਿਹੜੀਆਂ ਆਂਦੇ ਕੋਰ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨਾ, ਜੀ, ਉਹਦੇ ਵਿੱਚ ਪ੍ਰਧਾਨ ਜੀ 7-7 ਘੰਟੇ ਵੀ ਬੈਠੇ ਆ ਤੇ ਹਰੇਕ ਨੂੰ ਸੁਣਿਆ। 6-6 ਘੰਟੇ 5-5 ਘੰਟੇ ਦੀਆਂ ਮੀਟਿੰਗਾਂ ਨੇ। ਤੇ ਕੋਈ ਡਰ ਨਹੀਂ, ਹੁਣ ਵੀ ਹੋ ਸਕਦੀ ਹੈ। ਇਹਦਾ ਮਤਲਬ ਕਿ ਲੋਕਤੰਤਰ ਇੰਨੇ ਵਸੀ ਰੂਪ ਦੇ ਵਿੱਚ ਅੰਦਰ ਆ ਗਿਆ। ਜੀ, ਇਹਦਾ ਮਤਲਬ ਅਕਾਲੀ ਦਲ ਤੇ ਬਹੁਤ ਜ਼ਿਆਦਾ ਕ੍ਰਾਂਤੀਕਾਰੀ ਪਾਰਟੀ ਬਣ ਰਿਹਾ। ਬਿਲਕੁਲ। ਇਹਦਾ ਮਤਲਬ ਮੋਰਚਾ ਲੱਗ ਸਕਦਾ ਹੈ, ਉਹੀ ਤਾਂ ਲੀਡਰਸ਼ਿਪ ਮੈਂ ਪੈਦਾ ਹੋ ਰਹੀ ਹੈ। ਸਾਨੂੰ ਪੂਰੀ ਆਸ ਆ ਕਿ ਲੱਗ ਸਕਦਾ, ਕਿਉਂਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਕੇਂਦਰ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਆਪਣੀ ਰਵਾਇਤ ਨੂੰ ਮੁੜ ਕੇ ਨਵਿਆਉਂਦਾ ਹੋਇਆ ਇੱਕ ਵਾਰੀ ਫਿਰ ਮੈਦਾਨੇ ਜੰਗ 'ਚ ਜੂਝੇਗਾ। ਬਿਲਕੁਲ ਤੁਹਾਡਾ ਮਤਲਬ ਪੰਜਾਬ ਦੇ ਲਈ ਜੂਝ ਜਾਏਗਾ। ਤੁਸੀਂ ਜਜ਼ਬਾਤੀ ਕਰ ਰਹੇ ਹੋ?
ਤੁਸੀਂ ਪ੍ਰਧਾਨ ਜੀ ਨੂੰ ਗਲਤ ਰਾਏ ਦੇ ਰਹੇ ਹੋ। ਤੁਹਾਨੂੰ ਨਹੀਂ ਲੱਗਦਾ ਉਹਨਾਂ ਸੱਤਾ 'ਚ ਹਿੱਸਾ ਰੱਖਣਾ? ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਰ, ਕਲੀਅਰ ਕਰੋ। ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ, ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਹੱਕੀ ਮੰਗਾਂ ਦਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਪੂਰੀਆਂ ਨਹੀਂ ਹੋਈਆਂ। ਹੁਣ ਇੱਕ ਵਾਰ ਫਿਰ ਹੰਬਲਾ ਮਾਰੋ, ਮਾਲਕ ਨੇ ਤੁਹਾਨੂੰ ਤਾਕਤ ਦਿੱਤੀ ਹੈ, ਮੌਕਾ ਦਿੱਤਾ ਹੈ, ਔਰ ਵਾਕਿਆ ਤੁਹਾਨੂੰ ਮੁੱਦੇ ਵੀ ਦਿੱਤੇ ਨੇ, ਉਹੀ ਮੁੱਦੇ ਨੇ, ਕੋਈ ਨਵਾਂ ਮੁੱਦਾ ਨਹੀਂ ਹੈ ਸਾਡੇ ਕੋਲ। ਪੰਜਾਬ ਦੇ ਵਿੱਚ ਹੁੰਦੀ ਸਿਆਸਤ ਨੇ ਬੜੇ ਘਰਾਂ ਦੇ ਵਿੱਚ ਸਿਵੇ ਵਾਲੇ, ਮੇਰੇ ਖਿਆਲ ਖਾਸ ਤੌਰ ਤੇ ਇਸ ਖਿੱਤੇ ਦਾ, ਅੰਮ੍ਰਿਤਸਰ ਦਾ ਆਸ-ਪਾਸ ਦਾ ਖਿੱਤਾ, ਉਹ ਕਹਿੰਦੇ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ। ਬਿਲਕੁਲ ਸਹੀ ਗੱਲ। ਹੁਣ ਇਹ ਕਿਸੇ ਮੂਵਮੈਂਟ ਦਾ ਹਿੱਸਾ ਬਣ ਕੇ ਖੁਸ਼ ਨਹੀਂਗੇ। ਕੋਈ ਘਰ ਐਸਾ ਨਹੀਂ ਜਿੱਥੋਂ ਅਰਥੀ ਨਾ ਉੱਠੀ ਹੋਵੇ, ਤੇ ਬਾਕੀ ਖਿੱਤਿਆਂ ਦੇ ਵਿੱਚ ਵੀ ਇਹੀ ਹਾਲ ਰਿਹਾ। ਇਹਨਾਂ ਸਿਆਸਤਾਂ ਨੇ ਪੰਜਾਬ ਨੂੰ ਅੱਗ ਦੇ ਵਿੱਚ ਧੱਕਿਆ। ਜੇ ਕਿਤੇ ਲੀਡਰ ਵਾਕਿਆ ਹੀ ਪੰਜਾਬ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਅਹਿਦ ਕਰ ਚੁੱਕਾ ਹੈ, ਤੇ ਇਹਨੂੰ ਇੱਕ ਚੰਗੀ ਮੁਹਿੰਮ, ਚੰਗੀ ਜਿਹੜੀ ਆ ਸ਼ੁਰੂਆਤ ਕਹਿਣਾ ਚਾਹੀਦਾ, ਕਿਉਂਕਿ ਆਮ ਕਹਿੰਦੇ ਨੇ ਕਿ ਜੀਵੇ ਆਸਾ ਮਰੇ ਨਿਰਾਸਾ। ਅਕਾਲੀ ਦਲ ਜੇ ਆਪਣੇ ਇਤਿਹਾਸ ਤੋਂ ਸਬਕ ਲੈਂਦਾ ਹੋਇਆ ਕੁਝ ਨਵੇਂ ਰਾਹ ਸਿਰਜਦੇ ਤੇ ਅਸੀਂ ਤੇ ਸ਼ਾਬਾਸ਼ ਕਹਾਂਗੇ ਸੁਖਬੀਰ ਸਿੰਘ ਬਾਦਲ ਨੂੰ, ਔਰ ਬਣਦਾ ਵੀ ਹੈ। ਜੇ ਸੱਤਾ ਵੱਲ ਜਾਣਾ ਹੈ ਤੇ ਹੁਣ ਇੰਨਾ ਕੁਝ ਤਾਂ ਪ੍ਰਾਪਤ ਕਰ ਲਿਆ, ਇੰਨੇ ਮਾਣ ਸਨਮਾਨ ਪੰਜਾਬੀਆਂ ਨੇ ਸਿਰ ਮੱਥੇ ਤੇ ਰੱਖਿਆ, ਤੇ ਹੁਣ ਕੁਝ ਦੇ ਵੀ ਦੇਣਾ ਚਾਹੀਦਾ। ਆਪਾਂ ਵਾਰਨ ਦਾ ਸਮਾਂ ਹੈ, ਵਾਰਦਾ ਹੀ ਹੈ, ਕੀ ਫਰਕ ਪੈਂਦਾ? ਸਾਡੇ ਇੰਨੇ ਬਜ਼ੁਰਗ, ਸਾਡੇ ਇੰਨੇ ਲੋਕ, ਸਾਡੇ ਪੁਰਖੇ ਆਪਾਂ ਵਾਰ ਗਏ, ਔਰ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਮੌਜਾਂ ਮਾਣਦੇ ਆ। ਤੇ ਆਓ ਇੱਕ ਵਾਰੀ ਫਿਰ ਕੁਰਬਾਨੀ ਕਰੀਏ, ਪੰਜਾਬ ਨੂੰ ਖੜਾ ਕਰੀਏ, ਔਰ ਇਹ ਸੁਖਬੀਰ ਸਿੰਘ ਬਾਦਲ ਸ਼ੁਰੂਆਤ ਅਸੀਂ ਸਾਰੇ ਇਹਨਾਂ ਦੇ ਪਿੱਛੇ ਲੱਗੇ। ਠੀਕ ਹੈ ਨਾ ਜੀ? ਲੇਕਿਨ ਨਗੂਣੀ ਪ੍ਰਾਪਤੀ ਨਾਲ ਨਹੀਂ, ਛੋਟੀ ਪ੍ਰਾਪਤੀ ਨਾਲ ਸ਼ੁਰੂਆਤ ਕਰਨ। ਜਿੰਨਾ ਜੋਸ਼ ਇਹਨਾਂ 'ਚ ਹੋ ਸਕਦਾ, ਇਹਨਾਂ ਦੇ ਜਿਹੜੇ ਹਮਖਿਆਲੀ ਨੇ, ਸਮਕਾਲੀ ਨੇ, ਜਾਂ ਜਿਹੜੀ ਪੰਜਾਬ ਦੀ ਇਸ ਵੇਲੇ ਜੋ ਜਵਾਨੀ ਆ, ਉਹਦੇ ਵਿੱਚ ਜੋਸ਼ ਇਹਨਾਂ ਨਾਲੋਂ ਜ਼ਿਆਦਾ ਹੋਵੇ। ਚਲੋ ਦੇਖਦੇ ਹਾਂ ਜੀਵਨ ਦੀ ਤੋਰ ਬਦਲਦੀ ਕਿ ਨਹੀਂ। ਇਹ ਰੰਗ ਜਿਹੜੇ ਪੰਜਾਬ ਤੇ ਫਿੱਕੇ ਪੈ ਗਏ ਆ, ਇਹਨਾਂ ਨੂੰ ਸੁਰਖ ਕੌਣ ਕਰਦਾ ਹੈ? ਲੇਕਿਨ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਭਾਵੇਂ ਕਿਸੇ ਵੀ ਧਿਰ ਦੀ ਆ, ਉਹਦੇ ਵਿੱਚ ਅਜੇ ਉਹ ਚਿਣਗ ਨਹੀਂ ਦਿਖੀ, ਅਜੇ ਉਹਦੇ ਵਿੱਚ ਉਹ ਇਗਨੀਸ਼ਨ ਦੀ ਕਮੀ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਖੜਾ ਕਰਨ ਲਈ ਤੁਹਾਨੂੰ ਬਹੁਤ ਜਜ਼ਬਿਆਂ ਨੂੰ ਬਾਲਣਾ ਪਊਗਾ, ਔਰ ਫਿਰ ਉਸ ਵੇਗ ਦੇ ਵਿੱਚੋਂ ਸ਼ਾਇਦ ਕੁਝ ਨਵਾਂ ਨਿਕਲੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।